ਦੋਸਤੋ, ਅੱਜ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਉਲਮਾ ਬੁਝਾਰਤ। ਉਲਮਾ ਬੁਝਾਰਤ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਵੀ ਉਲਮਾ ਕਿਸ ਕਿਸਮ ਦੇ ਹੋਣੇ ਚਾਹੀਦੇ ਨੇ, ਕਿਸ ਕਿਸਮ ਦੇ ਉਲਮਾ ਦੀ ਆਪਾਂ ਨੂੰ ਪੈਰਵੀ ਕਰਨੀ ਚਾਹੀਦੀ ਹੈ ਅਤੇ ਉਲਮਾ ਦੀ ਪੈਰਵੀ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ। ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅਸਲ 'ਚ ਇਸਲਾਮ ਵਿੱਚ ਜਿਵੇਂ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਵੀ 73 ਫਿਰਕੇ ਹਨ ਔਰ ਸਿਰਫ ਇੱਕ ਫਿਰਕਾ ਹੀ ਜੰਨਤੀ ਹੈ। ਉਹ ਵੀ ਉਹ ਜਿਹੜਾ ਹਦੀਸ ਔਰ ਕੁਰਾਨ ਸ਼ਰੀਫ ਨੂੰ ਮੰਨਦਾ ਹੈ, ਆਪਣੀ ਜ਼ਿੰਦਗੀ 'ਚ ਲੈ ਕੇ ਆਉਂਦਾ ਹੈ, ਉਹਦੇ ਮੁਤਾਬਕ ਫੈਸਲੇ ਕਰਦਾ ਹੈ। ਤਾਂ ਹੁਣ ਇਹਦਾ ਮਤਲਬ ਹੈ ਵੀ ਬਾਕੀ ਫੈਸਲੇ ਕਰਦੇ ਨਹੀਂ ਹਨ। ਜੇ ਇੱਕ ਜੰਨਤੀ ਹੈ ਤਾਂ ਫਿਰ ਬਾਕੀ ਕੀ ਹਨ? ਬਾਕੀ ਜੰਨਤ ਤੋਂ ਉਲਟ ਫਿਰ ਕਿੱਥੇ ਜਾਣਗੇ ਉਹ? ਤਾਂ ਉਹ ਉਲਮਾ ਦੇ ਜਿਹੜੇ ਪੈਰਵੀ ਕਰਨ ਵਾਲੇ ਨੇ, ਉਹਨਾਂ ਨੂੰ ਮੰਨਣ ਵਾਲੇ ਨੇ, ਉਹ ਕਿੱਥੇ ਜਾਣਗੇ? ਤਾਂ ਬਹੁਤ ਅਹਿਮ ਸਵਾਲ ਹੈ ਇਹ। ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣਾ ਹੋਵੇ, ਆਪਾਂ 60 ਸਾਲ ਦੀ ਜ਼ਿੰਦਗੀ ਲਈ ਕਿੰਨੀ ਮਿਹਨਤ ਕਰਦੇ ਹਾਂ, ਤਾਂ ਜਿਹੜੀ ਲਾਮਤਨਾਹੀ ਜ਼ਿੰਦਗੀ ਹੈ, ਕਦੇ ਨਾ ਖ਼ਤਮ ਹੋਣ ਵਾਲੀ, ਉਹਦੇ ਲਈ ਕਦੇ ਮਿਹਨਤ ਨਹੀਂ ਕਰਦੇ। ਉਲਮਾ ਵੀ ਤਾਂ ਥੋੜ੍ਹੀ ਮਿਹਨਤ ਕਰਕੇ ਆਪਣੇ ਖਾਤਰ ਅੱਛਾ ਔਰ ਮਾੜਾ ਦਿਖਾਉਂਦੇ ਨੇ ਆਪਾਂ ਨੂੰ ਵੀ ਇਹ ਅੱਛਾ ਹੈ, ਮਾੜਾ ਹੈ। ਆਪਾਂ ਕਿਉਂ ਨਹੀਂ ਕਰ ਸਕਦੇ? ਇਹ ਉਹਨਾਂ ਕੋਲ ਦਿਮਾਗ ਲੱਗ ਗਿਆ ਕੋਈ 1300 ਗ੍ਰਾਮ ਦਾ ਦਿਮਾਗ ਰੱਬ ਨੇ ਹਰੇਕ ਨੂੰ ਦਿੱਤਾ, ਉਹ 'ਚ ਕੋਈ ਪਾਰਸ਼ੈਲਿਟੀ ਨਹੀਂ ਕੀਤੀ ਹੈਗੀ। ਤਾਂ ਆਪਾਂ ਕਿਉਂ ਨਹੀਂ ਮਿਹਨਤ ਕਰਦੇ? ਇਹਦੇ ਵਿੱਚ ਕੋਈ ਗੁੰਜਾਇਸ਼ ਹੀ ਨਹੀਂ ਹੈ ਵੀ ਕੋਈ ਬੰਦਾ ਕਹੇ ਵੀ ਮੇਰੇ ਕੋਲ ਟਾਈਮ ਨਹੀਂ ਥਾ ਜੀ, ਵੀ ਮੈਂ ਤਾਂ ਪੜ੍ਹਿਆ ਨਹੀਂ ਹੋਇਆ ਸੀ। ਇਹ ਕੋਈ ਗੁੰਜਾਇਸ਼ ਨਹੀਂ ਹੈ। ਇਹ ਕੋਈ ਜਵਾਬ ਨਹੀਂ ਹੈ ਸਵਾਲ ਦਾ। ਇੱਕ ਜਹਾਜ਼ ਦੇ ਵਿੱਚ ਇੱਕ ਬਹੁਤ ਬਜ਼ੁਰਗ 95 ਸਾਲਾ ਬੈਠਾ ਲੈਂਗੁਏਜ ਸਿੱਖੇ ਚਾਈਨੀ ਲੈਂਗੁਏਜ ਸਿੱਖਣ ਨੂੰ ਕਈ ਸਾਲ ਲੱਗਦੇ ਨੇ। ਇੱਕ ਬੰਦਾ ਆ ਕੇ ਕਹਿੰਦਾ ਜੀ ਤੁਸੀਂ ਕਿੰਨੀ ਕੁ ਦੇਰ ਦੇ ਹੋਵੋਗੇ ਵੀ ਇਹ ਲੈਂਗੁਏਜ ਸਿੱਖ ਕੇ ਤੁਸੀਂ ਕੀ ਕਰਨੀ ਹੈ? ਬਹੁਤ ਟਾਈਮ ਲੱਗਦਾ। ਉਹ ਕਹਿੰਦਾ ਤੁਹਾਡੀ ਸੋਚ ਔਰ ਮੇਰੀ ਸੋਚ ਇਹੀ ਫ਼ਰਕ ਹੈ। ਮੈਂ ਹਰ ਸਮੇਂ ਕੁਛ ਸਿੱਖਣਾ ਚਾਹੁੰਦਾ, ਤੁਸੀਂ ਕਹਿੰਦੇ ਵੀ ਸਿੱਖਣ ਦੀ ਕੋਈ ਉਮਰ ਹੁੰਦੀ ਹੈ। ਬਸ ਇਸ ਲਈ ਨਹੀਂ ਲੋਕ ਅੱਗੇ ਵਧਦੇ। ਤਾਂ ਇਹਦੇ 'ਚ ਉਲਮਾ ਦੀ ਮੈਂ ਇੱਕ ਦੋ ਗੱਲਾਂ ਕਰੂੰਗਾ ਹੁਣ, ਔਰ ਵਿਦ ਪ੍ਰੂਫ ਕਰੂੰਗਾ ਮੈਂ ਤੁਹਾਨੂੰ। ਤਾਂ ਸ਼ਾਇਦ ਇਸ ਗੱਲ ਤੋਂ ਸਮਝ ਜਾਓ ਤੁਸੀਂ ਵੀ ਉਲਮਾ ਦੀ ਪੈਰਵੀ ਕਰਨੀ ਚਾਹੀਦੀ ਹੈ ਕਿ ਨਹੀਂ। ਉਲਮਾ ਤਾਂ ਇਸ ਤਰ੍ਹਾਂ ਦਾ ਹੈ ਵੀ ਜੇ ਆਪਾਂ ਕਿਸੇ ਅਧਿਆਪਕ ਨੂੰ ਕਹੀਏ, ਕੋਈ ਮੈਥੇਮੈਟਿਕਸ ਦਾ ਅਧਿਆਪਕ ਹੋਵੇ, ਉਹਨੂੰ ਕਹੀਏ ਵੀ ਸਾਨੂੰ ਹਿੰਦੀ ਦਾ ਜਾਂ SS ਦਾ ਸਵਾਲ ਦਾ ਜਵਾਬ ਦੇ ਤਾਂ ਸ਼ਾਇਦ ਉਹ ਨਹੀਂ ਜਵਾਬ ਦੇ ਸਕਦਾ ਸਹੀ। ਜੇ ਉਹਨੂੰ ਕਹੀਏ ਨਹੀਂ ਤੁਸੀਂ ਅਧਿਆਪਕ ਹੋ, ਜਵਾਬ ਦੇਵੋ, ਤਾਂ ਹੋ ਸਕਦਾ ਗਲਤ ਦੇ ਦੇਵੇ ਜਾਂ ਠੀਕ ਦੇ ਦੇਵੇ, ਪੱਕਾ ਨਹੀਂ ਕਹਿ ਸਕਦੇ। ਲੇਕਿਨ ਹੈ ਤਾਂ ਮਾਸਟਰ, ਉਹ ਅਧਿਆਪਕ ਹੈ, ਉਸਤਾਦ ਹੈ। ਆਪਾਂ ਕਹਾਂਗੇ ਉਸਤਾਦ ਨੇ ਕਿਹਾ। ਇਹ ਆਲਮ ਵੀ ਨੇ ਜਿਹੜੇ, ਕੋਈ ਜ਼ਰੂਰੀ ਨਹੀਂ ਹੈ ਵੀ ਆਲਮ ਹਰ ਜਗ੍ਹਾ ਆਲਮ ਠੀਕ ਹੋਵੇ, ਵੀ ਸਹੀ ਜਵਾਬ ਦਿੰਦਾ ਹੋਵੇ। ਇਸ ਕਰਕੇ ਖੁਦ, ਬਲਕਿ ਇੱਕ ਹਦੀਸ ਹੈ ਵੀ ਉਸ ਨਾਲੋਂ ਝੂਠਾ ਤਾਂ ਸ਼ਖਸ ਕੋਈ ਹੋ ਹੀ ਨਹੀਂ ਸਕਦਾ ਜਿਹੜਾ ਇੱਧਰੋਂ ਗੱਲ ਕਰੇ, ਇੱਕ ਦੀ ਸੁਣੇ, ਔਰ ਬਿਨਾਂ ਤਹਿਕੀਕ ਕਰੇ ਦੂਸਰੇ ਨੂੰ ਸੁਣਾ। ਇਸ ਤੋਂ ਬੜੀ ਗੱਲ ਕੀ ਹੈ? ਇਹਦੇ 'ਚ ਉਲਮਾ ਵੀ ਆਉਂਦੇ ਨੇ ਵੀ ਉਲਮਾ ਦੀ ਕਿਸੇ ਦੀ ਇੱਕ ਗੱਲ ਸੁਣ ਕੇ ਤੁਸੀਂ ਕਦੇ ਵਿਸ਼ਵਾਸ ਹੀ ਨਹੀਂ ਕਰਨਾ, ਉਹਦੇ 'ਤੇ ਯਕੀਨ ਹੀ ਨਾ ਕਰੋ। ਤੁਹਾਨੂੰ ਵੀ ਰੱਬ ਨੇ ਦਿਮਾਗ ਦਿੱਤਾ। ਤਾਂ ਹੁਣ ਮੈਂ ਗੱਲ ਕਰਦਾ, ਇੱਕ ਦੋ ਮੈਂ ਵਾਕਿਆ ਸੁਣਾਉਣਾ ਤੁਹਾਨੂੰ। ਜਦੋਂ ਅਕਬਰ ਆਜ਼ਮ ਜਿਹਨੂੰ ਕਹਿੰਦੇ ਆਪਾਂ 1582 ਦੇ ਵਿੱਚ ਦੀਨ-ਏ ਇਲਾਹੀ ਸ਼ੁਰੂ ਕੀਤਾ ਸੀ ਉਹਨੇ। ਉਹ ਕਹਿੰਦਾ ਸੀ ਵੀ ਸਾਰੇ ਮਜ਼ਹਬਾਂ ਦਾ ਕੁਛ ਮੇਨ ਪੁਆਇੰਟ ਲੈ ਕੇ ਆਪਾਂ ਇੱਕ ਮਜ਼ਹਬ ਬਣਾ ਲਓ, ਚਾਲ ਸਾਰੇ ਇੱਕ ਰਹਾਂਗੇ ਫਿਰ ਆਪਾਂ। ਤਾਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਸ਼ੁਰੂ ਕੀਤਾ ਸੀ ਉਹਨੇ। ਫਾਊਂਡਰ ਇਹਦਾ ਅਕਬਰ ਸੀਗਾ। 1582 ਦੇ ਵਿੱਚ ਫਤਿਹਪੁਰ ਸੀਕਰੀ ਦੇ ਵਿੱਚ, ਆਗਰਾ ਦੇ ਵਿੱਚ ਮੁਗਲ ਐਂਪਾਇਰ ਸੀ ਜਦੋਂ, ਇਹਨੇ ਸ਼ੁਰੂ ਕੀਤਾ ਸੀਗਾ ਦੀਨ-ਏ ਇਲਾਹੀ। ਔਰ ਹੈਰਾਨੀ ਦੀ ਗੱਲ ਇਹ ਹੈ ਵੀ ਉੱਥੇ ਦੇ ਉਸ ਟਾਈਮ ਦੇ ਉਲਮਾ ਸੀਗੇ ਜਿਹੜੇ ਸਾਰੇ, ਇੱਕ ਦੋ ਨੂੰ ਛੱਡ ਕੇ ਸਾਰਿਆਂ ਨੇ ਓਕੇ ਮੋਹਰ ਲਾਤੀ ਸੀ ਵੀ ਬਿਲਕੁਲ ਠੀਕ ਹੈ ਜੀ, ਇਹ ਵੀ ਇਹ ਹੋਣਾ ਚਾਹੀਦਾ, ਸਹੀ ਹੈ। ਹੁਣ ਮੈਨੂੰ ਦੱਸੋ ਕਿ ਉਹ ਉਲਮਾ ਸਹੀ ਸੀ? ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਵੀ ਉਲਮਾ ਦੇ ਜਿਹੜੇ ਪੈਰਵੀ ਕਰਨ ਵਾਲੇ ਨੇ ਉਹਨਾਂ ਦੇ ਪਿੱਛੇ ਜਾਣਗੇ। ਉਹ ਪੈਰਵੀ ਕਰਨ ਵਾਲਿਆਂ ਨੇ ਵੀ ਓਕੇ ਕਹਿ ਤਾ। ਇਸ ਲਈ ਮੈਂ ਤੁਹਾਨੂੰ ਗੱਲ ਸੁਣਾਉਣਾ ਹੈ। ਪ੍ਰਿੰਟਿੰਗ ਪ੍ਰੈਸ ਹੈ ਜਿਹੜੀ ਸ਼ੁਰੂ ਹੋਈ 1436 'ਚ। ਇਹ ਪ੍ਰਿੰਟਿੰਗ ਪ੍ਰੈਸ ਦੇ ਪਿੱਛੇ ਵੀ
ਇੱਕ ਬਹੁਤ ਬੜਾ ਵਾਕਿਆ ਹੈ ਉਲਮਾ ਦਾ ਹੀ, ਉਹ ਮੈਂ ਤੁਹਾਨੂੰ ਸੁਣਾਉਣਾ ਔਰ ਸੱਚਾ ਵਾਕਿਆ ਹੈ। ਉਹ ਇਹ ਹੈ ਕਿ दुनिया, उर्दू बिच है, दुनिया में 1436 में प्रिंटिंग प्रेस आज़ाद हुआ। सुल्तान मुराद सोम ने 1587 में तुर्की में पहला छापा खाना लगाया। शेख अल इस्लाम ने प्रिंटिंग प्रेस के ख़िलाफ़ फतवा दे दिया। उस टाइम का जिहड़ा बड़ा उलमा सी शेख उल इस्लाम, इस्लाम का बड़ा उलमा, उन्हें कहा प्रिंटिंग प्रेस के ख़िलाफ़ फतवा दे दिया कि नहीं, प्रिंटिंग प्रेस नहीं लगानी चाहिए। बादशाह ने मिन्नत सजामत की तो शेख उल इस्लाम ने छापा खाना में सिर्फ यहूदी और ईसाई लिटरेचर छापने की इजाज़त दी। शेख उल इस्लाम का कहना था, ये शैतानी मशीन है, हम इस मशीन पर कुरान मजीद और अहादीस छापने की इजाज़त नहीं दे सकते। ये फतवा 1727 तक 140 साल कायम दायम रहा। ज़्यादा बंदे ने वैसे, ये चलो टाइम देख लियो, 140 साल तक लगभग। 1727 में सुल्तान अहमद सोम के दौर में मोहम्मद सईद नाम के एक दानिश्वर ने तुर्किश प्रिंटिंग प्रेस से असूलुल हुक्म फ़ी निजामुल अमम के उन्वान से अरबी की एक किताब शाये करा दी। ये तौहीन उलमा के कराम के लिए नाकाबिल बर्दाश्त थी। कुफर के फतवे जारी हुए, मुल्क भर में हंगामा हुआ। सुल्तान अहमद सोम को बरतरफ कर दिया गया। वज़ीर आज़म मोहम्मद इब्राहिम और नेवल चीफ मुस्तफ़ा पाशा को हलाक कर दिया गया और किताब शाये करने वाले मोहम्मद सईद और इसका वालिद मोहम्मद फैज़ जलेबी कुब्रुस भागने पर मजबूर हो गए। सुल्तान सलीम स्वयं 28वां सुल्तान था। सुल्तान सलीम फ़ौज को जदीद खतूत पर इस्तवा करने की गलती कर बैठा। पुरानी फ़ौज ने उलमा कराम के साथ इत्तेहाद बनाया और सुल्तान सलीम सोम को कत्ल कर दिया। सुल्तान महमूद दोम तुर्की का 30वां सुल्तान था। सुल्तान ने तुर्की में जदीद तिब और सर्जरी की बुनियाद रख दी और मुकामी सर्जनों की तरबियत के लिए यूरोप से सर्जन और डॉक्टर मंगवा लिए। उलमा कराम इस तौहीन पर बिफर गए और सर्जरी को गैर इस्लामी करार दे दिया। चेचक की वैक्सीन आज़ाद हुई। सुल्तान ने बच्चों को चेचक से बचाव के टीके लगवाना शुरू कर दिए तो उलमा ने इस टीके को काफराना अमल और कुदरत के मामलात में रुकावट करार दे दिया। ये सब बताने का मकसद ये है कि इन नाम नहाद उलमा का जाहिल मौलवियों ने हमेशा से ही मुसलमानों को पीछे रखने की सरतोड़ कोशिश की है और बेसों अंधाधुंध इनके पीछे लगने के बजाय अपनी अकल से काम भी ले लिया करें। तो ख़ुद भी अपना दिमाग भी इस्तेमाल करो। अगर नहीं पढ़े लिखे तो सीखो। अगर उस सीखने की उम्र में ही किसी का इंतकाल हो गया तो खुदा को ये तो कहेंगे कि मैं कोशिश कर रहा था। हो सकता है खुदा इस बुनियाद पर छोड़ दे। तो उलमा का मतलब ये नहीं कि हर उलमा सही होगा। मेहरबानी करके खुद कोशिश करो, खुद जानने की कोशिश करो। किसी ने हदीस सुना दी तो उसकी तहकीक करो।